आए बहार। गुर गुरु समझाम दे बार चखाना मार। चल दरवाजे दसवें है कोल तेरे दातार। दास खजान अकल कर जुए जन्म नाहार। बाणी श्री श्री 108 स्वामी खजानदास गिरी महाराज शब्द गुरगद्दी बड़ौदा साहेब जम्मू। कर्म धर्म मशहूर है धर्म कमावे कोय। कर्म धर्म मशहूर है धर्म कमावे कोय। परम सत्कारयोग गुरु रूप गुरु प्यारी साध संगत जीओ, आप सब पटभागे जी हो जो गुरु महाराज के दरबार में शोभित होए हो। पावन सतगुरु जी की बाणी जो सानू एक मार्ग दसदी है। ये मार्ग चलन लिए केवल इंसानी जाने की लोड़ है जो सानू मिलिया हुआ है। बाणी गुरु साहब जी की दस रही है कि संसार में जाके असी कर्म भी कमाने और धर्म भी बनते हैं। कर्म की है धर्म की है। कर्म जो असी इंसान दुनिया में जो भी करता है चाहे चंगा है चाहे माड़ा है उसका अवसाना इसमें मिलना है। और कर्म जो अच्छे करने हैं जो गुरमत अनुसार करने हैं वो कर्म सानू किसी न किसी थां ते पहुँचा देंगे। जो साडा असली मार्ग है उसते सानू कर्म लै जान जिसते चल करके असी अपने निज धाम में जा सकिए। लेकिन जो कर्म दुनिया के नाल लग करके दुनिया के विच अपना मन लगा करके दुनिया जो इस माया का आशिक है माया के नाल लिप्त है वो जो कर्म कमांदा है वो 84 कट्टण वाली नहीं, वो 84 च जान वाली कुंडियां वधियां जाएंगी। ये कर्म तो सतगुरु वास्ते हुए एक धर्म कमान की जाच दसे ने। ये धर्म की है? इंसान का धर्म है परमात्मा के नाल मिलना। साडा ये इंसानी धर्म बनता है कि जिस वास्ते सानू इंसानी जन्म मिलिया हुआ है असी उस वाल अपना ध्यान तवज्जो दईए। जे सानू नहीं पता लगता तो किसी न किसी को जाकर के पूछिए, किसी धर्मी बंदे को पूछिए। धर्मी बंदा कौन है? जिहड़ा मालिक दे नाल मिलिया होता है, जो मालिक की सोझी कराते हैं, जो मालिक के मिलन का संदेश देते हैं, जो इस जन्म का महत्व समझाते हैं कि भाई तेनों ये जन्म जिहड़ा बार बार नहीं मिलना, एक अवसर एक मौका मिलिया होया है। अगर इस तू धर्म के विच लगा दे भाव कि तू मालिक के नाल मिलना जिहड़ा है, जो मालिक के प्यारे हैं, जो मिले हुए हैं परमात्मा के नाल, अगर तू उस नाल मिल जाए
ਤੇ ਤੇਰਾ ਜਿਹੜਾ ਧਰਮ ਜਿਹੜਾ ਹੈ ਜਦੋਂ ਮਜ਼ਬੂਤ ਹੁੰਦਾ ਹੈ, ਤੇਰੇ ਤੋਂ ਹੋਰ ਵੀ ਜੀਵ ਜਿਹੜਾ ਹੈ ਸਿੱਖਿਆ ਲੈ ਕਰਕੇ ਧਰਮ ਦੀ ਪੌੜੀ ਚੜ੍ਹ ਸਕਦੇ ਨੇ। ਇਸ ਕਰਕੇ ਪਿਆਰੇ ਗੁਰਮੁਖੋ, ਬੇਸ਼ੱਕ ਧਰਮ ਘਰ ਮਸ਼ਹੂਰ ਹੈ, ਲੇਕਿਨ ਧਰਮ ਉਹ ਕਮਾਉਂਦਾ ਹੈ ਜਿਸ ਨੂੰ ਮਾਲਕ ਦੀ ਕਿਰਪਾ ਹੋਵੇ, ਜਿਸ ਦੇ ਮਨ ਵਿੱਚ ਚੰਗਿਆਈ ਹੋਵੇ ਪਰਮਾਤਮਾ ਨੂੰ ਮਿਲਣ ਦੀ, ਇਨਸਾਨ ਦੇ ਪ੍ਰਤੀ ਚੰਗਿਆਈ ਹੋਵੇ, ਆਪਣੇ ਕਰਮ ਪ੍ਰਤੀ ਚੰਗਿਆਈ ਹੋਵੇ, ਉਹ ਰੂਹਾਂ ਜਿਹੜੀਆਂ ਨੇ ਕਿਤੇ ਕਿਤੇ ਨਾ ਧਰਮ ਕਮਾ ਕੇ ਮਿਲ ਜਾਂਦੀ ਹੈ। ਇਸ ਕਰਕੇ ਸਤਰੀਆਂ ਰੂਹਾਂ ਸੰਸਾਰ ਵਿੱਚ ਰਚੀਆਂ ਨੇ ਪਰਮਾਤਮਾ ਨੇ, ਉਹ ਸਾਰੇ ਆ ਕਰਕੇ ਕੋਈ ਕਰਮ ਕਮਾਉਂਦਾ, ਕੋਈ ਧਰਮ ਕਮਾਉਂਦਾ ਹੈ। ਇਹ ਕਰਮ ਅੱਛੇ ਕਰਨ ਨਾਲ, ਕਰਮ ਚੰਗੇ ਕਰਨ ਨਾਲ, ਜਿਹਨੂੰ ਅਸੀਂ ਜਪ ਕਰਮ ਕਰਦੇ ਆ, ਸੇਵਾ ਕਰਮ ਕਰਦੇ ਆ, ਨਾਮ ਕਮਾਈ ਦਾ ਕਰਮ ਹੁੰਦਾ ਹੈ, ਇਹ ਸਾਰੇ ਧਰਮ ਕਮਾਉਣ ਦੇ ਤਰੀਕੇ ਹਨ। ਇਸ ਕਰਕੇ ਪਿਆਰੇ ਗੁਰਮੁਖੋ, ਸਾਨੂੰ ਚਾਹੀਦਾ ਹੈ ਕਿ ਸਾਨੂੰ ਗੁਰਮਤਿ ਨਾਲ ਜੁੜ ਕਰਕੇ, ਕਿਸੇ ਪਰਮਾਤਮਾ ਦੇ ਪਿਆਰੇ ਦੀ ਸੰਗਤ ਕਰਕੇ ਸਾਨੂੰ ਧਰਮ ਕਮਾਉਣ ਦੀ ਜਾਚ ਆ ਜਾਏ। ਉਹ ਧਰਮ ਦੇ ਪਿਆਰੇ ਜੋ ਹੈ, ਪਰਮਾਤਮਾ ਦੇ ਪਿਆਰੇ ਧਰਮ ਕਮਾਉਣ ਵਾਲੇ, ਉਹ ਸਾਨੂੰ ਸੰਗਤ ਵਿੱਚ ਮਿਲਣਗੇ। ਪਿਆਰੇ ਗੁਰਮੁਖੋ, ਜਦੋਂ ਜਦੋਂ ਵੀ ਅਸੀਂ ਸੰਤਾਂ ਦੀ ਸੰਗਤ ਕਰਦੇ ਹਾਂ, ਉੱਥੇ ਸੰਗਤ ਇਕੱਤਰ ਹੁੰਦੀ ਹੈ, ਤੇ ਸੰਗਤ ਦੇ ਦਰਸ਼ਨ ਕਰਨ ਦੇ ਨਾਲ ਪਿਆਰੇ ਗੁਰਮੁਖੋ ਸਾਡੇ ਅੰਦਰ ਵੀ ਧਰਮ ਕਮਾਉਣ ਦਾ ਗੁਣ ਪੈਦਾ ਹੁੰਦਾ ਹੈ, ਜੋ ਸਾਨੂੰ ਪਰਮਾਰਥ ਤੱਕ ਤੋਰਦਾ ਹੈ, ਜੋ ਸਾਨੂੰ ਪਰਮਾਰਥ ਤੇ ਚੱਲਣ ਦੀ ਤਾਕਤ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਸਾਡਾ ਸਾਰਿਆਂ ਦਾ ਧਰਮ ਫਰਜ਼ ਇਹ ਵੀ ਬਣਦਾ ਹੈ ਕਿ ਜੋ ਵੀ ਅਸੀਂ ਸਤਸੰਗ ਵਿੱਚ ਬਚਨ ਗੁਰਾਂ ਦੇ ਸੁਣੀਏ, ਬਾਣੀ ਦੇ ਬਚਨ ਸੁਣੀਏ, ਉਹਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਜਦੋਂ ਅਸੀਂ ਚੱਲਣ ਦੀ ਕੋਸ਼ਿਸ਼ ਕਰਾਂਗੇ ਪਿਆਰੇ ਗੁਰਮੁਖੋ, ਤੇ ਸਾਡਾ ਪਰਮਾਤਮਾ ਜੋ ਸਾਡੇ ਭੀਤਰ ਘਰ ਦੇ ਵਿੱਚ ਹੈ, ਉਹ ਸਾਨੂੰ ਸੋਝੀ ਕਰਾਏਗਾ ਨਾਲ ਨਾਲ। ਜਦੋਂ ਤੁਰਦੇ ਜਾਵਾਂਗੇ, ਚੱਲਦੇ ਜਾਵਾਂਗੇ, ਵਿਸ਼ ਹੋ ਸਕਦਾ ਕਿਤੇ ਅਸੀਂ ਚੱਲਦੇ ਚੱਲਦੇ ਡਿੱਗ ਗਈਏ, ਹੋ ਸਕਦਾ ਕਿਤੇ ਅਸੀਂ ਮਨੁੱਖਰ ਹੋ ਜਾਈਏ, ਲੇਕਿਨ ਜੋ ਸਾਡਾ ਪਰਮਾਤਮਾ ਸਾਡੇ ਭੀਤਰ ਘਰ ਦੇ ਵਿੱਚ ਹੈ, ਉਹ ਸਾਨੂੰ ਨਾਲ ਨਾਲ ਆਗਾਹ ਕਰਦਾ ਹੈ, ਸਾਨੂੰ ਸਮਝਾਉਂਦਾ ਹੈ, ਸਾਨੂੰ ਅੰਦਰੋਂ ਬੋਲ ਕਰਕੇ, ਅੰਦਰੋਂ ਸਾਡੀ ਬੋਲੀ ਬੋਲ ਕੇ ਉਹ ਸਾਨੂੰ ਮਾਰਗਦਰਸ਼ਨ ਕਰੇਗਾ, ਚੰਗੇ ਮਾੜੇ ਦੀ ਪਹਿਚਾਣ ਕਰਾਏਗਾ ਸਾਨੂੰ। ਕੇਵਲ ਦੇਖੋ ਪਿਆਰੇ ਗੁਰਮੁਖੋ, ਅਸੀਂ ਕਿਸੇ ਬੰਦੇ ਨੂੰ ਯਾਦ ਕਰਦੇ ਹਾਂ, ਮਨ ਵਿੱਚ ਹੁੰਦਾ ਹੈ ਕਿ ਫਲਾਣਾ ਫਲਾਣਾ ਬੰਦਾ ਹੈ, ਤੇ ਉਹ ਥੋੜ੍ਹੀ ਦੇਰ ਬਾਅਦ ਬੰਦਾ ਆ ਜਾਂਦਾ ਹੈ। ਉਹ ਕੀ ਹੈ ਕਿ ਉਸ ਦੇ ਆਉਣ ਦੀ ਸੋਝੀ ਜਿਹੜੀ ਹੈ ਪਰਮਾਤਮਾ ਨੇ ਤੁਹਾਨੂੰ ਪਹਿਲੇ ਕਰਾਤੀ ਹੈ, ਉਹਦਾ ਖਿਆਲ ਜਿਹੜਾ ਤੁਹਾਡੇ ਦਿਮਾਗ ਪਹਿਲਾਂ ਆ ਗਿਆ। ਇਸੇ ਤਰ੍ਹਾਂ ਪਿਆਰੇ ਗੁਰਮੁਖੋ, ਜਦੋਂ ਅਸੀਂ ਦੁਨੀਆ ਵਿੱਚ ਕਰਮ ਕਮਾਉਂਦੇ ਹਾਂ, ਕਰਮ ਅੱਗ ਮਾੜਾ ਹੈ, ਤਾਂ ਪਰਮਾਤਮਾ ਜ਼ਰੂਰ ਸਾਨੂੰ ਉਸਦੇ ਬਾਰੇ ਇਸ਼ਾਰਾ ਦੇਗਾ ਕਿ ਨਹੀਂ ਭੁੱਲਿਆ, ਇਹ ਕਰਮ ਜਿਹੜਾ ਤੂੰ ਕਰ ਰਿਹਾ ਗਲਤ ਹੈ, ਇਹ ਗਲਤ ਕਰ ਰਿਹਾ ਹੈ, ਸਾਨੂੰ ਬਚਤ ਕਰ ਦੇ। ਲੇਕਿਨ ਉਸਦੇ ਬਚਤ ਦੇ ਬਾਵਜੂਦ ਵੀ ਅਸੀਂ ਅਗਰ ਕੰਮ ਪਾ ਲੈਂਦੇ ਹਾਂ, ਤੇ ਫਿਰ ਸਜ਼ਾ ਦੇ ਵੀ ਹੱਕਦਾਰ ਅਸੀਂ ਬਣ ਜਾਂਦੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਰਮੀ ਬੰਦਿਆਂ ਦੇ ਕੋਲ ਬਹਿਣਾ, ਭਾਵ ਜੋ ਗੁਰੂ ਦੇ ਵਚਨ ਸੁਣਾਉਣ, ਜੋ ਗੁਰੂ ਦੀ ਸੋਝੀ ਕਰਨ, ਜੋ ਸੰਗਤ ਨਾਲ ਤੁਹਾਡਾ ਪਿਆਰ ਬਣੇ, ਜੋ ਸੰਗਤ ਦੀ ਸੇਵਾ ਦਾ ਤੁਹਾਡੇ ਮਨ ਵਿੱਚ ਚਾਹ ਉੱਠ ਜਾਏ, ਇਹ ਧਰਮੀ ਬੰਦਿਆਂ ਦਾ ਕੰਮ ਹੁੰਦਾ ਹੈ, ਜੋ ਤੁਹਾਨੂੰ ਸੰਗਤ ਨਾਲ ਜੋੜਨਾ ਹੁੰਦਾ ਹੈ, ਚੰਗੀ ਸੰਗਤ ਨਾਲ ਜੋੜਨਾ। ਚੰਗੀ ਸੰਗਤ ਦਾ ਭਾਵ ਹੈ ਕਿ ਜੋ ਤੁਹਾਨੂੰ ਚੰਗੇ ਕਰਮ ਕਰਦੇ ਮਜਬੂਰ ਕਰੇ, ਉਹੀ ਕਰਮ ਤੁਹਾਨੂੰ ਪਰਮਾਤਮਾ ਨਾਲ ਮਿਲਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਸ਼ਬਦਾਂ ਵਿੱਚ ਸਮਝਾ ਰਹੇ ਨੇ ਕਿ ਭਾਈ ਧਰਮੀ ਬਣਨਾ ਹੈ, ਧਰਮ ਦੇ ਕਰਮ ਕਰਕੇ ਅਸੀਂ ਧਰਮੀ ਬਣਨਾ ਹੈ, ਜੋ ਅਸੀਂ ਪਰਮਾਤਮਾ ਨੂੰ, ਪਰਮੇਸ਼ਵਰ ਜੀ ਨੂੰ, ਅੱਲਾਹ ਈਸ਼ਵਰ ਕਰ ਨੂੰ ਅਸੀਂ ਚੰਗੇ ਲੱਗੀਏ, ਕੱਲ੍ਹ ਨੂੰ ਸਾਨੂੰ ਉਸ ਦੀ ਪਨਾਹ ਮਿਲ ਜਾਏ, ਉਸ ਦੀ ਸਾਨੂੰ ਸ਼ਰਨ ਪ੍ਰਾਪਤ ਹੋ ਜਾਏ। ਅਗਰ ਇਹ ਕਰਮ ਅਸੀਂ ਕਰਕੇ ਅਸੀਂ ਸਤਿਗੁਰ ਦੀ ਸ਼ਰਨ ਪ੍ਰਾਪਤ ਕਰ ਲੈਂਦੇ ਹਾਂ, ਤਾਂ ਪਿਆਰੇ ਗੁਰਮੁਖੋ, ਇਹ ਤੋਂ ਵੱਡਾ ਆਸ਼ੀਰਵਾਦ ਕੋਈ ਨਹੀਂ। ਅਸੀਂ ਆਸ਼ੀਰਵਾਦ ਦੁਨੀਆ ਦੀਆਂ ਚੀਜ਼ਾਂ ਨੂੰ ਸਮਝਦੇ ਹਾਂ, ਦੁਨੀਆ ਦੇ ਪਦਾਰਥ ਮਿਲ ਗਏ, ਇਹਨਾਂ ਨੂੰ ਅਸੀਂ ਆਸ਼ੀਰਵਾਦ ਸਮਝਦੇ ਹਾਂ, ਲੇਕਿਨ ਗੁਰਮਤਿ ਇਸ ਨੂੰ ਨਹੀਂ ਮੰਨਦੀ। ਗੁਰਮਤਿ ਇਹ ਕਹਿੰਦੀ ਹੈ ਕਿ ਭਲਾ ਜਿਸ ਦਿਨ ਤੇਰਾ ਮਨ ਸਤਿਗੁਰਾਂ ਦੇ ਚਰਨਾਂ 'ਚ ਦੀਵਾਨਾ ਹੋ ਕੇ ਡੈ ਪਿਆ, ਜਿਸ ਦਿਨ ਤੇਰਾ ਮਨ
ਸੇਵਾ ਵਿੱਚ ਖਲੋ ਗਿਆ, ਜਿਸ ਦਿਨ ਤੇਰਾ ਮਨ ਚੰਗਿਆਈ ਵਿੱਚ ਖਲੋ ਗਿਆ, ਧਰਮ ਦੇ ਕੰਮ ਕਰਨ ਲੱਗ ਗਿਆ, ਧਰਮੀ ਬੰਦਾ ਬਣ ਜਾਏਗਾ ਜਦੋਂ ਪਿਆਰੇ ਗੁਰਮੁਖੋ, ਉਦੋਂ ਤੈਨੂੰ ਸਤਿਗੁਰ ਦਾ ਅਸਲੀ ਆਸ਼ੀਰਵਾਦ ਦਾ ਪਤਾ ਲੱਗੇਗਾ। ਫਿਰ ਤੈਨੂੰ ਦੁਨੀਆ ਦੀ ਚੀਜ਼ਾਂ ਦੀ ਖਾਸ਼ਾ ਦੀ ਨਹੀਂ ਪਏਗੀ। ਫਿਰ ਤੈਨੂੰ ਬੰਦਾ ਇਹ ਨਹੀਂ ਹੋਏਗਾ ਕਿ ਮੇਰੇ ਕੋਲ ਫਲਾਣੀ ਚੀਜ਼ ਨਹੀਂ ਹੈ ਤੇ ਮੈਂ ਸਤਿਗੁਰ ਕੋਲ ਇਹ ਮੰਗਾ, ਨਹੀਂ। ਫਿਰ ਤੇਰਾ ਭਰੋਸਾ ਕੰਮ ਕਰੇਗਾ। ਤੇਰਾ ਭਰੋਸਾ ਜਿਹੜਾ ਹੈ ਸਤਿਗੁਰ ਦੇ ਪ੍ਰਤੀ, ਜੋ ਧਰਮੀ ਬੰਦੇ ਦਾ ਮਾਲਕ ਦੇ ਪ੍ਰਤੀ ਭਰੋਸਾ ਹੈ, ਉਹ ਪਿਆਰੇ ਗੁਰਮੁਖੋ ਭਰੋਸਾ ਕੰਮ ਕਰੇਗਾ। ਤੈਨੂੰ ਹਰ ਚੀਜ਼ ਜੋ ਤੇਰੇ ਲਈ ਜ਼ਰੂਰੀ ਹੈ, ਲੋੜਵੰਦ ਹੈ, ਉਹ ਤੈਨੂੰ ਮਿਲੇਗੀ। ਉਸ ਤੇਰਾ ਭਰੋਸਾ ਕੰਮ ਕਰੇਗਾ। ਇਸ ਕਰਕੇ ਪਿਆਰੇ ਗੁਰਮੁਖੋ, ਆਓ ਧਰਮੀ ਬਣੀਏ, ਸੰਗਤ ਨਾਲ ਜੁੜ ਕਰਕੇ, ਬਾਣੀ ਨਾਲ ਜੁੜ ਕਰਕੇ। ਬਾਣੀ 'ਚ ਐਸੀਆਂ ਸਾਨੂੰ ਠੋਕਰਾਂ ਵੱਜਦੀਆਂ ਹਨ, ਐਸੀਆਂ ਸਾਨੂੰ ਸਿੱਖਿਆਵਾਂ ਮਿਲਦੀਆਂ ਹਨ, ਜੋ ਸਾਨੂੰ ਇਹ ਜੋ ਮਾਨਵ ਜੀਵਨ ਹੈ, ਇਸ ਦੇ ਵਿੱਚ ਇਹ ਠੋਕਰਾਂ ਲੱਗਣੀਆਂ ਬਹੁਤ ਜ਼ਰੂਰੀਆਂ ਹਨ। ਠੋਕਰ ਲੱਗ ਕੇ ਇਨਸਾਨ ਬਣਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਅੱਗੇ ਧਰਮ ਵੱਲ ਦੱਸਦੇ ਨੇ। ਹਾਂਜੀ, ਜੋ ਜਨ ਧਰਮ ਕਮਾਉਂਦੇ ਜਨਨ ਹਾਰਾ ਸੋਏ, ਜੋ ਜਨ ਧਰਮ ਕਮਾਉਂਦੇ ਜਨਨ ਹਾਰਾ ਸੋਏ। ਤੁਸੀਂ ਅਗਰ ਧਰਮ ਦੇ ਕਰਮ ਕਰਦੇ ਹੋ ਪਿਆਰੇ ਗੁਰਮੁਖੋ, ਤਾਂ ਦੁਨੀਆ ਜਾਣੇ ਨਾ ਜਾਣੇ, ਦੁਨੀਆ ਕਈ ਤਰ੍ਹਾਂ ਦੇ ਤੁਹਾਨੂੰ ਵਚਨ ਰੱਖੇਗੀ ਆਪਣੀ ਆਪਣੀ ਸੋਚ ਮੁਤਾਬਕ। ਚੰਗਾ ਬੰਦਾ ਚੰਗਿਆ ਕਹੇਗਾ, ਮਾੜਾ ਬੰਦਾ ਕੋਈ ਮਖੌਲ ਕਰੇਗਾ, ਕੋਈ ਕੁਛ ਕਰੇਗਾ। ਲੇਕਿਨ ਜੋ ਪਰਮਾਤਮਾ ਹੈ, ਜਿਸ ਦੇ ਨਾਮ ਦਾ ਅਸੀਂ ਧਰਮ ਕਮਾ ਰਹੇ ਹਾਂ, ਜਾਣਨ ਵਾਲਾ ਜੋ ਸਾਨੂੰ, ਉਹ ਹੈ ਪਰਮਾਤਮਾ। ਉਹ ਪਰਮਾਤਮਾ ਸਾਨੂੰ ਧਰਮ ਦੇ ਕਰਮ ਕਮਾਉਂਦਾ ਹੋਇਆ ਜਦੋਂ ਦੇਖੇਗਾ, ਪਿਆਰੇ ਗੁਰਮੁਖੋ, ਸਮਝੋ ਸਾਨੂੰ ਉਸ ਦੀ ਪਨਾਹ ਵਿੱਚ ਮਿਲਣ ਦਾ ਇੱਕ ਅਧਿਕਾਰ ਮਿਲ ਜਾਏਗਾ, ਇੱਕ ਵਜ੍ਹਾ ਮਿਲ ਜਾਏਗੀ। ਅਸੀਂ ਹੱਕ ਜਿਤਾ ਸਕਦੇ ਹਾਂ ਜਿਸ ਦਿਨ ਪਰਮਾਤਮਾ ਦੇ ਨਾਮ ਦੇ ਅੰਦਰ ਅਸੀਂ ਜੁੜ ਗਏ। ਔਰ ਜੁੜਨ ਦਾ ਮਤਲਬ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਰਮਾਤਮਾ ਕੌਣ ਹੈ, ਕਿਸ ਤਰ੍ਹਾਂ ਹੈ, ਉਸ ਦਾ ਕੀ ਲਜਤ ਹੈ, ਉਹਦਾ ਕੀ ਅਹਿਸਾਸ ਹੈ, ਕੀ ਉਸ ਦਾ ਅਨੁਭਵ ਹੈ, ਇਹ ਤੁਹਾਨੂੰ ਮਾਲੂਮ ਹੋ ਜਾਏਗਾ, ਪਤਾ ਲੱਗ ਜਾਏਗਾ। ਇਸ ਕਰਕੇ ਪਿਆਰੇ ਗੁਰਮੁਖੋ, ਆਪਣੇ ਜੀਵਨ ਨੂੰ ਥੋੜ੍ਹਾ ਥੋੜ੍ਹਾ ਇਸ ਧਰਮ ਦੇ ਕਮਾਉਣ ਵਿੱਚ ਢਾਲੋ, ਧਰਮ ਦੇ ਕਰਮ ਕਮਾਉਣ ਦੀ ਕੋਸ਼ਿਸ਼ ਕਰੋ, ਤਾਂ ਜੋ ਅਸੀਂ ਕੁਛ ਆਪਣੇ ਕੋਲ ਇਹ ਮਹਿਸੂਸ ਕਰੀਏ ਕਿ ਸਾਡੇ ਕੋਲ ਵੀ ਹੈ। ਦੁਨੀਆ ਦੇ ਕਰਮ ਕਮਾਉਂਦੇ ਆ, ਦੌਲਤ ਕਮਾਉਂਦੇ ਆ, ਪੈਸਾ ਕਈ ਤਰ੍ਹਾਂ ਦੇ। ਸਾਡੇ ਕੋਲ ਪੈਸਾ ਹੋਵੇ ਤੇ ਕਹਿੰਦੇ ਸਾਡੇ ਕੋਲ ਪੈਸਾ ਹੈਗਾ, ਕੋਈ ਗੱਲ ਨਹੀਂ, ਔਖੀ ਭਾਰੀ ਵੇਲੇ ਕੰਮ ਆ ਜਾਏ। ਅਸੀਂ ਘਰ ਬਣਾਉਂਦੇ ਹਾਂ ਤੇ ਫਿਰ ਮਹਿਸੂਸ ਕਰਦੇ ਹਾਂ ਕਿ ਨਹੀਂ, ਕੋਈ ਗੱਲ ਨਹੀਂ, ਆਂਦੀ ਤੂਫਾਨ ਬਰਖਾ 'ਚ ਸਾਨੂੰ ਅਸੀਂ ਘਰ ਬਣਾਇਆ, ਸਾਨੂੰ ਆਸਰਾ ਹੈਗਾ ਹੈ। ਇਹ ਆਸਰੇ ਜੋ ਦੁਨੀਆ ਦੇ ਅਸੀਂ ਬਣਾਉਂਦੇ ਹਾਂ, ਤਾਂ ਪਿਆਰੇ ਗੁਰਮੁਖੋ, ਜਦੋਂ ਇਸ ਦੁਨੀਆ ਤੋਂ ਅਸੀਂ ਰੁਖਸਤ ਹੋਵਾਂਗੇ, ਜਾਵਾਂਗੇ ਸੰਸਾਰ ਛੱਡ ਕੇ, ਕਿਉਂਕਿ ਐਸਾ ਹੋਏਗਾ ਕਿ ਜਿਸ ਨੂੰ ਸਭ ਕੁਝ ਸੰਭਾਲ ਕਰੇਗਾ। ਬਾਹਰ ਦੇਖੋ, ਕੋਈ ਸਾਨੂੰ ਕੋਈ ਗੁਰੂ ਦੇ ਘਰ ਦਾ ਕੋਈ ਵਚਨ ਕਮਾਇਆ ਹੋਏਗਾ, ਜਿਸ ਤਰ੍ਹਾਂ ਸਾਨੂੰ ਪਤਾ ਲੱਗੇਗਾ ਕਿ ਸਾਡਾ ਮਰਨ ਤੋਂ ਬਾਅਦ, ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਸਾਨੂੰ ਜੋ ਕੌਣ ਸੰਭਾਲੇਗਾ, ਕਿਸ ਦੀ ਪਨਾਹ ਵਿੱਚ ਅਸੀਂ ਬੈਠਾਂਗੇ। ਇਹ ਪਿਆਰੇ ਗੁਰਮੁਖੋ, ਸਾਨੂੰ ਨਾਮ ਦੀ ਕਮਾਈ ਕਰਕੇ ਪਤਾ ਲੱਗਾ ਹੈ, ਭਜਨ ਸਿਮਰਨ ਕਰਕੇ ਪਤਾ ਲੱਗਦਾ ਹੈ, ਮੇਰਾ ਅਹਿਸਾਸ ਹੁੰਦਾ ਹੈ ਕਿ ਨਹੀਂ, ਮੇਰਾ ਸਤਿਗੁਰ ਹੈ ਮੇਰੇ ਨਾਲ। ਜਦੋਂ ਸਤਿਗੁਰੂ ਅਸੀਂ ਆਪਣੇ ਅੰਦਰ ਧਰਮ ਦੇ ਕਰਮ ਕਰਕੇ ਆਪਣੇ ਭੀਤਰ, ਆਪਣੇ ਘਰ ਦੇ ਵਿੱਚ ਉਸਨੂੰ ਦੇਖਦੇ ਹਾਂ, ਦਰਸ਼ਨ ਦੀਦਾਰ ਕਰਦੇ ਹਾਂ, ਤਾਂ ਇੱਕ ਠੰਡਾ ਹੋਗਾ ਪਾੜਦੇ ਹਾਂ ਕਿ ਨਹੀਂ, ਮੈਨੂੰ ਕੋਈ ਸੰਭਾਲਣ ਵਾਲਾ ਹੈ, ਮੈਂ ਇਕੱਲਾ ਨਹੀਂ ਹਾਂ, ਮੇਰੇ ਪਿੱਛੇ ਕੋਈ ਪਾਵਰ ਹੈ। ਇੱਕ ਬੱਚਾ ਆਪਣੇ ਮਾਂ ਬਾਪ ਦੀ ਸ਼ਰਨ ਵਿੱਚ ਰਹਿੰਦਾ ਹੈ ਔਰ ਬੇਫਿਕਰਾ ਹੁੰਦਾ ਹੈ ਕਿ ਕੋਈ ਨਹੀਂ, ਮੇਰਾ ਮਾਂ ਪਿਓ ਮੇਰੇ ਸਿਰ ਤੇ। ਇਸੇ ਤਰ੍ਹਾਂ ਪਿਆਰੇ ਗੁਰਮੁਖੋ, ਜੀਵ ਜੋ ਹੈ, ਇਹ ਰੂਹ ਜਿਹੜੀ ਹੈ, ਜਦੋਂ ਪਰਮਾਤਮਾ ਦੇ ਕੰਮ ਕਮਾਉਂਦੀ ਹੈ ਤਾਂ ਇਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਨਹੀਂ, ਮੇਰਾ ਕੋਈ ਹੈ, ਮੈਂ ਇਕੱਲਾ ਨਹੀਂ, ਮੈਂ ਅਨਾਥ ਨਹੀਂ।
ਧਰਮ ਦੇ ਕਰਮ ਕਰਨ ਨਾਲ ਪਿਆਰੇ ਗੁਰਮੁਖ ਸਾਨੂੰ ਕੀ ਅਹਿਸਾਸ ਹੋ ਜਾਂਦਾ ਹੈ ਕਿ ਸਾਨੂੰ ਪਰਮਾਤਮਾ ਦੇ ਹੋਣੇ ਦਾ ਅਨੁਭਵ ਹੋ ਜਾਂਦਾ ਹੈ ਕਿ ਉਹ ਸਾਡੇ ਭੀਤਰ ਸਾਡੇ ਘਰ ਦੇ ਵਿੱਚ ਹੈ। ਇਹ ਇਨਸਾਨੀ ਧਰਮ ਹੈ, ਇਹ ਇਨਸਾਨ ਦਾ ਧਰਮ ਬਣਦਾ ਹੈ ਕਿ ਉਹ ਇਹ ਗੱਲ ਜਾਣ ਲੈ, ਪਹਿਚਾਨ ਲੈ ਕਿ मैं दुनिया से मैं जान नहीं सकी लेकिन मेरे को जानने वाला है। वो कौन है? वो साਡਾ परम पिता परमेश्वर है, जिसकी शरण चाही रह करके ਅਸੀਂ ਆਪਣੇ ਜੀਵਨ ਨੂੰ ਸਤਿਗੁਰੂ ਦੇ ਕੇ ਲਾਉਣਾ। ਹਾਂਜੀ। ਅੰਤਰ ਮੈਲ ਵਿਆਪਿਓ ਨਾਮ ਕਮਾਈ ਤੋਏ। ਅੰਤਰ ਮੈਲ ਵਿਆਪਿਓ ਨਾਮ ਕਮਾਈ ਤੋਏ। ਪਿਆਰੇ ਗੁਰਮੁਖ, ਜਦੋਂ ਜਦੋਂ ਅਸੀਂ ਦੁਨੀਆ ਤੇ ਆ ਕਰਕੇ ਕਦਮ ਧਰਿਆ ਤੇ ਮਾਇਆ ਦੀ ਲੇਸ ਸਾਨੂੰ ਲੱਗਣੀ ਸ਼ੁਰੂ ਹੋ ਗਈ। ਕਿੱਥੇ ਅਸੀਂ ਪਤਾ ਲੱਗ ਗਿਆ ਉਹ ਮੇਰਾ ਪਿਓ ਹੈ, ਉਹ ਮੇਰੀ ਮਾਂ ਹੈ, ਉਹ ਮੇਰਾ ਭਰਾ ਹੈ, ਭੈਣ ਹੈ। ਉੱਤੇ ਜਦੋਂ ਕਰਮ ਇਹ ਹੋਇਆ ਦੁਨੀਆ ਤੇ ਆਉਣ ਦਾ, ਪੈਰ ਧਰਨ ਦਾ, ਤੇ ਮੈਂ ਮੇਰੀ ਦੇ ਇਨਸਾਨ ਚੱਕਰ 'ਚ ਫਸ ਗਿਆ। ਜੋ ਮੈਂ ਮੇਰੇ ਦੀ ਲੱਗਾ ਇਹ ਮੈਂ ਦੀਆਂ ਮਾਲਾ ਜੋ ਹਨ ਮਨ ਦੇ ਉੱਪਰ ਮੈਂ ਦੀਆਂ ਮੈਲਾਂ ਇਹ ਚੜ੍ਹਨੀਆਂ ਸ਼ੁਰੂ ਹੋ ਗਈਆਂ। ਕਿਤੇ ਮਾਇਆ ਨੂੰ ਆਪਣੀ ਕਹਿੰਦਾ ਹੈ, ਕਿਤੇ ਧੀ ਪੁੱਤਰ ਨੂੰ ਆਪਣਾ ਕਹਿੰਦਾ, ਕਿਤੇ ਕਾਰੋਬਾਰ ਨੂੰ ਆਪਣਾ ਕਹਿੰਦਾ ਹੈ। ਇਹ ਸਾਰਿਆਂ ਨੂੰ ਬਣਾ ਕਰਕੇ ਹਉਮੈ ਹੰਕਾਰਾਂ ਦੀਆਂ ਮੈਲਾਂ ਦਾ ਜੋ ਇੱਕ ਪਰਤ ਜਿਹੜੀ ਫਿਰ ਚੜ੍ਹ ਗਈ। ਲੇਕਿਨ ਇਹ ਕਰਮ ਸੰਜੋਏ ਦੇ ਉਹ ਇਸ ਨੂੰ ਪਰਮਾਤਮਾ ਵੱਲ ਨਹੀਂ ਚਲਾ ਜਾ ਰਿਹਾ, ਬਲਕਿ ਇਸ ਦੇ ਜੀਵਨ ਨੂੰ ਨਾਸ਼ ਕਰ ਰਹੇ ਸਨ, ਗਰਭ ਕਰ ਰਹੇ ਸਨ, ਖਤਮ ਕਰ ਰਹੇ ਸਨ। ਸਵਾਸ ਜਿਹੜੇ ਨੂੰ ਇਸ ਦੇ ਬੇਅਰਥ ਜਾ ਰਹੇ ਸਨ। ਲੇਕਿਨ ਜਦੋਂ ਸੰਤਾਂ ਦੀ ਸੰਗਤ ਪ੍ਰਾਪਤ ਹੋਈ, ਉੱਥੇ ਧਰਮ ਕਮਾਉਣ ਦਾ ਇਸ ਨੂੰ ਮੌਕਾ ਮਿਲਿਆ, ਕਾਰਨ ਮਿਲਿਆ, ਤਾਂ ਉਸ ਦੇ ਜ਼ਰੀਏ ਫਿਰ ਇਸ ਨੂੰ ਨਾਮ ਦੀ ਕਮਾਈ ਕਰਨ ਦਾ ਜੋ ਵੰਜ ਪ੍ਰਾਪਤ ਹੋਇਆ ਸਤਿਗੁਰ ਦੇ ਕੋਲੋਂ, ਉਸ ਦੇ ਜ਼ਰੀਏ ਫਿਰ ਜਿਉਂ-ਜਿਉਂ ਨਾਮ ਦੀ ਕਮਾਈ ਕਰਨੀ ਸ਼ੁਰੂ ਕੀਤੀ, ਇਹਦੇ ਉੱਪਰੋਂ ਮਨ ਦੀਆਂ ਮੈਲ ਦੀਆਂ ਪਰਤਾਂ ਜਿਹੜੀਆਂ ਸੀ ਉਹ ਲੱਥਣੀਆਂ ਸ਼ੁਰੂ ਹੋ ਗਈਆਂ। ਜਦੋਂ ਲੱਥਣੀਆਂ ਸ਼ੁਰੂ ਹੋਈਆਂ ਤੇ ਇਹਦੇ ਮਨ ਵਿੱਚ ਬਦਲਾਅ ਹੋਇਆ। ਜਿੱਥੇ ਇਹ ਮੈਂ ਕਰਦਾ ਸੀ, ਉੱਥੇ ਤੂੰ ਕਰਨੀ ਸ਼ੁਰੂ ਕਰ। ਤੂੰ ਦੇ ਕਰਨ ਨਾਲ ਕੀ ਹੋਇਆ ਕਿ ਇਸ ਨੂੰ ਤੂੰ ਹੀ ਨਿਰੰਕਾਰ, ਉਹ ਪਰਮਾਤਮਾ ਨੂੰ ਮਿਲ ਪਿਆ। ਕਹਿੰਦੇ ਹੁੰਦੇ ਨੇ ਕਿ ਰੱਬ ਤੇ ਬੰਦੇ ਦੀ ਜਾਤ ਹੈ ਐਵੇਂ ਜਿਵੇਂ ਕੱਪੜੇ ਦੀ ਜਾਤ ਹੈ ਰੂਹ। ਕੱਪੜੇ ਦੇ ਵਿੱਚ ਰੂਹ ਲੁਕਿਆ ਤੇ ਬੰਦੇ ਦੇ ਵਿੱਚ ਤੂੰ। ਜਦੋਂ ਮੁਰਸ਼ਦ ਮਿਲਿਆ ਤੇ ਨਾ ਮੈਂ ਰਹਿ ਗਈ ਨਾ ਤੂੰ। ਜਦੋਂ ਮੁਰਸ਼ਦ ਮਿਲਦਾ ਹੈ ਤੇ ਮੈਂ ਤੂੰ ਦੀ ਹੱਦ ਖਤਮ ਹੋ ਜਾਂਦੀ ਹੈ, ਫਿਰ ਖੁਦ ਮੁਰਸ਼ਦ ਹੋ ਜਾਂਦਾ ਹੈ। ਪਾਣੀ ਨਾਲ ਮਿਲ ਕੇ ਪਾਣੀ ਹੋ ਜਾਂਦਾ ਹੈ। ਪਾਣੀ ਦਾ ਕੋਈ ਹੋਰ ਰੰਗ ਨਹੀਂ ਹੈ, ਇੱਕੋ ਹੀ ਰੰਗ ਆ ਉਹਦਾ। ਬਾਕੀ ਜਿਸ ਤਰ੍ਹਾਂ ਦਾ ਰੰਗ ਤੁਸੀਂ ਜਮਲਾਓਗੇ ਉਸ ਤਰ੍ਹਾਂ ਦਾ ਹੀ ਹੋ ਜਾਏਗਾ ਉਹ। ਇਹ ਪਾਣੀ ਨਾਲ ਮਿਲ ਕੇ ਪਾਣੀ ਹੋ ਜਾਏਗਾ। ਇਸ ਕਰਕੇ ਪਿਆਰੇ ਗੁਰਮੁਖੋ, ਇਹ ਜੋ ਧਰਮ ਦਾ ਕੰਮ ਹੈ ਪਿਆਰੇ ਗੁਰਮੁਖੋ, ਇਹ ਕੇਵਲ ਨਾਮ ਦੀ ਕਮਾਈ ਸਾਡੇ ਅੰਦਰੋਂ ਮਨ ਦੀਆਂ ਮੈਲਾਂ ਜਿਹੜੀਆਂ ਉਤਾਰ ਸਕਦੀ ਹੈ। ਜਿਸ ਦਿਨ ਇਸ ਦੇ ਅੰਦਰੋਂ ਪਰਤਾਂ ਖੁੱਲ ਗਈਆਂ, ਪਰਤਾਂ ਲੱਥ ਗਈਆਂ ਮੈਲ ਦੀਆਂ, ਇਹ ਇੱਕ ਧਰਮੀ ਰੂਪ ਵਿੱਚ ਪ੍ਰਗਟ ਹੋਏਗਾ। ਇਹਦੇ ਵਿੱਚ ਦਇਆ ਭਾਵਨਾ ਆ ਜਾਏਗੀ, ਇਹਦੇ ਵਿੱਚ ਕਿਰਪਾ ਆ ਜਾਏਗੀ, ਇਹਦੇ ਵਿੱਚ ਸੱਚ, ਸੀਲ, ਸੰਤੋਖ ਦੇ ਗੁਣ ਪੈਦਾ ਹੋ ਜਾਣਗੇ। ਇਹ ਕਿਸੇ ਦਾ ਦੁੱਖ ਨਹੀਂ ਦੇ ਸਕੇਗਾ, ਉਹਦੀ ਮਦਦ ਕਰੇਗਾ, ਲੋੜਵੰਦ ਦੀ ਸਹਾਇਤਾ ਕਰੇਗਾ, ਭੁੱਲਿਆਂ ਨੂੰ ਨਾਮ ਚੇਤੇ ਕਰਾਏਗਾ, ਦੁਨੀਆ ਨੂੰ ਇਨਸਾਨ ਦੀਆਂ ਇਨਸਾਨੀਅਤ ਸਮਝਾਏਗਾ, ਦੁਨੀਆ ਨੂੰ ਧਰਮ ਦੇ ਕਰਮ ਸਮਝਾਏਗਾ। ਇਹ ਸਾਰੇ ਦੇ ਸਾਰੇ ਪਿਆਰੇ ਗੁਰਮੁਖੋ, ਨਾਮ ਦੀ ਕਮਾਈ ਕਰਨ ਦੇ ਨਾਲ ਇਹ ਸਾਨੂੰ ਸੋਝੀ ਹੁੰਦੀ ਹੈ ਕਿ ਪਰਮਾਤਮਾ ਜਿਹੜਾ ਅੱਜ ਜੋ ਮੌਕਾ ਹੈ ਮਿਲਿਆ ਸਾਨੂੰ ਇਨਸਾਨੀ ਜਾਮੇ ਦਾ, ਇਹੀ ਮੌਕਾ ਹੈ ਪਰਮਾਤਮਾ ਨਾਲ ਮਿਲਣ ਦਾ। ਇਸ ਕਰਕੇ ਉਹ ਧਰਮੀ ਬੰਦਾ ਕਹਾਂਦਾ ਹੈ ਜਿਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਮੇਰਾ ਜੀਵਨ ਜਿਹੜਾ ਹੈ ਇਹ ਕੇਵਲ ਪਰਮਾਤਮਾ ਨੂੰ ਮਿਲਣ ਵਾਸਤੇ ਹੈ। ਹਾਂਜੀ। ਨਾਮ ਕਮਾਈ ਕਰਮ ਕਰ, ਧਰਮ
करके नाम की सूची करके ते नाम की कमाई करेगा। ये नाम की कमाई इसनों धर्म बनाएगा। धर्म एक बहुत प्यारा शब्द है अगर इसनों सही तौर पर देखा जाए। अजकल जी जिथे धर्म है उत्थे राजनीति है, जिथे राजनीति है उत्थे धर्म है, ये दोनों मिक्स हो गई। ना धर्म ही रहा ना ही राजनीति रही, सब अपने अपने। हुण धर्म राजनीति की है? एक बंदा हुकूमत का पुरजा बन जाता है, राजनीति कहते कि जिस कुर्सी पर तू बैठा है ये हुण कुर्सी तेरी है। राजनीति ये कहती है कि ये कुर्सी पर बैठे ना राजनीति है, ये तेरी है, इतने कोई होर कब्जा ना करे, ये राजनीति है। देख लो राजनीति कितना कुछ करते हैं कुर्सी खातर। वो नहीं चंगे माड़ा देखते भी किसी को नुकसान होगा, लेकिन अपनी कुर्सी कैमरा नहीं चाहिए। धर्म की है? धर्म ये है कि भाई ये चीज़ जी मैं लियांदी है, किसी तो ली हुई है, मंगी हुई है, ये भाई उन्होंने देनी है, ये वही है। मेरा धर्म बल बन जा कि जो तू मैं चीज़ ली है ये उन्होंने देनी है, ये मेरा धर्म। ख्याल करना। राजनीति कहती कि जो चीज़ तेरे को आ गई है तेरी है। धर्म कहना नहीं, ये राजनीति चीज़ तेरे को तू जिसको ली है ये उन्होंने देनी। सारा धर्म भी यही बनता कि एक इंसान की जिंदगी परमात्मा को मिली हुई है, जो स्वास वाल मिले हुए ने, इस स्वासां दे राही कुछ असीं करके दसना है। जिसलिए सानूं जो मिलिया है वो कर, ये नहीं कि ये स्वाद सानूं पैसे मिले, असीं दान करने वास्ते मिले या कुछ मिला, असीं शराब पी छड्डे, जुआ खेड छड्डे, इहदे वास्ते थोड़ा दित्ता सी। असीं की कीता? सानूं ये जन्म मिलिया है परमात्मा का नाम जपण वास्ते, लेकिन असीं कीता मन माया च लगाता। धर्म कितों कमावांगे? इधर नरकां दी मार खावांगे, जमा दी मार खावांगे, असीं 84 दी मार खावांगे, जन्म जन्म दी मार खावांगे। इस करके महाराज सच्चे पातशाह जी कह रहे हैं कि भाई जो जो तू नाम की कमाई करेगा, संगत में मिलकर के, गुरु जी ने मिलकर के, सतगुरु जी ने मिलकर के, तेरे अंदर धर्म के गुण पैदा होंगे, तो धर्म ही होता जाएगा। और धर्म ही होएगा तो फिर तेरे धर्मी गुण की होएगा कि नहीं, जिसकी वस्तु सोई रह जाए। ये भाई नहीं, ये माया मेरी नहीं है, ये किसी है। भाव तन मन धन गुरु महाराज दिता ही ते उदा सी, अहीं अपना थोड़ा समझना है। मेरा धर्म बनता कि नहीं, ये माया जी मेरे को महाराज की है। तो जो महाराज नहीं समझा कि बताएंगे तो फिर गलत नहीं रहांगे, नहीं जुआ नहीं खेलेंगे, शराब नहीं पियांगे, मांस मछली जहाँ गलत काम च नहीं लगाना। क्यों? ये गुरु महाराज जी, गुरु महाराज नाराज हो जाएंगे कि यदि चीज़ में कितना फालतू कामों च लगा सकना है। ये दिया पुत्र परिवार महाराज जी का है, मैं तो मान नहीं करूँगा कि मेरा पुत्र बड़ा बड़ा होता है, मेरा पुत्र बनाना वाला है, नहीं मेरा नहीं, महाराज का ये शरीर महाराज का, मैं तो मान नहीं करूँगा। मैं बड़ा सुंदर है, मैं बड़े भागा वाला है, मैं बड़ा नसीबा वाला है। जो भागा नसीबा सुंदर बनाया तो परमात्मा ने बनाया, परमात्मा करके बनेगा। साडा धर्म बनता है कि जिहदा हैगा उहदा कहना भी उहदा है, साडा नहीं। इस करके प्यारे गुरमुखो जो जो असीं धर्म का कर्म करांगे नहीं, ये महाराज है, साडा नहीं है। इस करके धर्म कमाल ये नाम की कमाई जी है प्यारे गुरमुखो, ये अत जरूरी है। अज इंसान ने इस वालों अपना मुख मोड़िया होया है। कोई कर्मां वाली रूह होएगी जिहदी अमृत वेले उठ करके परमात्मा को याद करेगी, परमात्मा का शुकराना करेगी, परमात्मा के बख्शे हुए नाम को सिमरेगी। और जो रूह सिमरती है प्यारे गुरमुखो, तो फिर परमात्मा की पनाह में जो खुशी मनाउंदी है, परमात्मा भी उस रूह से खुश होता है कि बाकी जो कामलीन में इंसान बना के जो दुनिया में कलिया बाकी धर्म के कर्म कमा रही है, जो भगवान के कर्म हैं, जो अपने घर आने के कर्म हैं, कि लांबे समझी जाएगी, अपने सीधे घर आएगी। परमात्मा भी भेजने वाला भी खुश होता है। इस करके प्यारे गुरमुखो आओ इस कड़ी को समझदे हुए आज मन में धैर्य करिए कि एक नाम की कमाई सानू
ਕਿਹਨਾਂ ਬੰਧਨਾਂ ਤੋਂ ਮੁਕਤ ਕਰ ਸਕਦੀ ਹੈ ਔਰ ਸਾਨੂੰ ਸਾਡੇ ਆਪਣੇ ਘਰ ਦੀ ਯਾਦ ਦਿਲਾਉਂਦੀ ਹੈ, ਜਿਸ ਘਰ ਵਿੱਚ ਪਹੁੰਚਾ ਵੀ ਦੇਈ। ਸਾਨੂੰ ਕਿਤੇ ਉਰੇ ਪਰੇ ਖੱਜਲ ਖੁਆਰ ਨਹੀਂ ਹੋਣ ਦੇਗੀ ਨਾਮ ਦੀ ਕਮਾਈ। ਸਾਨੂੰ ਭੂਤ ਚੜੇਲਾ ਠੱਗਾ ਠਾਰਾ ਤਾਂ ਨਹੀਂ ਠੱਗਣ ਦੇਗੀ। ਇਹ ਸਾਨੂੰ ਸਿੱਧੀ ਪਰਮਾਤਮਾ ਨਾਲ ਜੋੜੇਗੀ ਔਰ ਬਲਕਿ ਪਰਮਾਤਮਾ ਨਾਲ ਮਿਲਾ ਕੇ ਆਏਗੀ ਨਾਮ ਦੀ ਕਮਾਈ। ਇਹ ਮਨ ਵਿੱਚ ਤੈਯ ਕਰਨਾ ਕਿ ਨਾਮ ਜਪਣਾ ਕਿੰਨਾ ਜ਼ਰੂਰੀ ਹੈ। ਜੋ ਅੱਜ ਨਾਮ ਤੋਂ ਬੇਮੁਖ ਹੋ ਕੇ परमात्मा के नाम नहीं सुना मुझे प्यारे गुरमुख को आपको ऐसा आएगा, बहुत बड़ा पछतावा लगेगा और पछतावा भी अगर कर वो कुछ नहीं सकेगी, कुछ नहीं कर सकेगी। वो पछतावा बहुत हो जाएगा, लग जाएगा सारा पता कि इतना बड़ा जीवन परमात्मा ने इतनी स्वास्थ्य की गोदी देती हुई मैं एवं ही जुए जन्म च हार के आ गई। हूँ मैं दस किनू कहा, कौन सुनेगा, कौन मेरी मदद करेगा? कोई मदद नहीं करेगा। प्यारे गुरमुख मैं अंदर भी गल कर रहा सी कि अगर सानू कोई बेइंसाफी हो गई है, असी इंसाफ लेना चाहते हैं, जज को इंसाफ लेना चाहते हैं, कोर्ट को इंसाफ लेना चाहते हैं, तो सीधा अं इंसाफ नहीं लै सकते। अं सीधा जज के जाके पेश होइए, वो सारे देखेगा, साड़ी गल भी नहीं सुनेगा। क्यों? का कानून है, वो वकील की गल सुनता है। जिस भी मुलजम ने वकील किया है, वकील के जरिए ही उसकी गल सुनी जाती है। भाव के आही मंदिर से मत्था टेकी जाइए, 20 बारी टेकी जाओ, उसे लंगर लाई जाओ, 20 बारी लाई जाओ। लेकिन जो गुरु वाले होकर लंगर लावांगे, गुरु वाले होकर कर्म कमावांगे, गुरु वाले होकर के असी सेवा करांगे, और सेवा सीधी परमात्मा की 20 बारी करी जज नहीं सुनेगा। महाराज जी एक शब्द सुनाए कहानी, एक जज सी, उसके मन च ख्याल आया कि असी बड़ा चिर होया दुनिया के फैसले करते, तो आखिर असी भी इंसान हाँ, साडा भी तो कितने फैसला होना ही है। अं लोगों के फैसले करते हाँ, लोगों को इंसाफ देने, सज़ा भी देने, मौत की सज़ा देने, जेल की सज़ा भी देने। तो सोच एक दिन बैठे बैठे आई कि साडा भी तो इंसाफ होना ही है किसी ना किसी दिन, साडा भी कोई गुरु की रहबर होना चाहिए है। ये सोच लै करके एक दिन उस संतां दे कोल गया, आखन लगा महाराज जी सानू भी किते कोई परमात्मा के नाम की गल दस दो, असी भी लोगों के फैसले करने हले जज की पति बख्शी है महाराज ने, बेशक असी लोगों का इंसाफ करते हैं, पर आखिर एक दिन साडा भी इंसाफ होना है। तो साडा जो इंसाफ होएगा तो साडा भी कोई होएगा, तो साडा कोई पेश करेगा, उसे फाइल लाएगा कोई जज के कोल, परमात्मा के कोल। तो महाराज जी सानू कोई सोझी दसो। कहता कोई गल नहीं जज साहब, ये थोड़ी जी निज़म है, तन मन धन देना पैंदा है। कोई महाराज असीं तुहानूं तन मन धन दिंदे हां। तो कहते फिर राम राम जपिया कर, कहते राम राम जपिया कर, जो कहानी मुताबिक। लेकिन जज नूं यकीन नहीं होया, आखन लगा महाराज जी ये तो मैं रोज़ कहना, जे कोई मिलता मैं तभी राम राम कहता, जो मैं नहाना है उसे भी राम राम कहना, उतना भी राम राम करते रहते हैं। कोई होर दसो? कहता नहीं भाई होर नहीं कोई है, अं भी हो राम राम के नाम कहने, राम राम कहने, तो तुम भी कराया कर। लेकिन जज नूं इस गल का यकीन नहीं आया और वापस आ गया। जो वापस आ गया अपने रुझेवों बिजी हो गया, इस गल में कोई 5-7-10 महीने चले गए। एक दिन की होया, जज जिहड़ा है वो अपनी कोर्ट दे विच बैठा होया किसी फैसला दे रहा किसी केस का, जिथे मुलजम भी खड़ा है, पुलिस भी खड़ी है, होर भी दुनिया खड़ी है। वो जिहड़ा संत ही उस कोर्ट दे विच आ गया। उस कोर्ट में आया, जदों
ਇਹ ਜੱਜ ਨੂੰ ਗ੍ਰਿਫਤਾਰ ਕਰ ਲਓ। ਹੁਣ ਜੱਜ ਨੂੰ ਗ੍ਰਿਫਤਾਰ ਕਰਨ ਦੀ ਕਿਹਦੀ ਜ਼ਰੂਰਤ ਸੀ? ਜੱਜ ਨੇ ਇਹ ਗੱਲ ਸੁਣੀ ਕਿ ਸੰਤ ਨੇ ਪਛਾਣ ਲਿਆ ਵੀ ਉਹੀ ਜੱਜ ਹੈ, ਉਹੀ ਸੰਤ ਹੈ ਜਿਹਦੇ ਕੋਲ ਮੈਂ ਗਿਆ ਸੀ। ਇਹ ਆਖਣ ਨੇ ਪੁਲਿਸ ਨੂੰ ਗ੍ਰਿਫਤਾਰ ਕਰ, ਅੱਜ ਮੇਰੀ ਬੇਇੱਜ਼ਤੀ ਕਰਨਾ ਯਾਰ। ਮੈਂ ਉਹਦੀ ਗੱਲ ਨਹੀਂ ਮੰਨੀ, ਉਦੋਂ ਤੇ ਮੇਰੀ ਬੇਇੱਜ਼ਤੀ ਕਰਨਾ ਯਾਰ। ਜੱਜ ਚੁੱਪ ਰਿਹਾ। ਹੁਣ ਕਿਹੜਾ ਗ੍ਰਿਫਤਾਰ ਕਰੇ ਜੱਜ ਨੂੰ? ਉਸ ਸੰਤ ਨੇ ਦੂਜੀ ਵਾਰੀ ਫੇਰ ਕਹਿਤਾ, ਉਹ ਪੁਲਿਸ ਵਾਲੇ ਮੈਂ ਤੁਹਾਨੂੰ ਕਹਿਣਾ ਇਹਨੂੰ ਗ੍ਰਿਫਤਾਰ ਕਰ ਲਓ ਜੱਜ ਨੂੰ। ਜਿਉਂ ਗੱਲ ਕਰੇ ਤੇ ਪੁਲਿਸ ਵਾਲੇ ਹਰ ਕੰਮ ਦੱਸ ਜੱਜ ਨੂੰ ਗ੍ਰਿਫਤਾਰ ਕਰੀਏ ਤਾਂ ਦਿਮਾਗ ਖਰਾਬ ਹੋ ਜਾਂਦਾ। ਜਦੋਂ ਤੀਜੀ ਵਾਰੀ ਫੇਰ ਕਿਹਾ, ਜੱਜ ਨੇ ਦੂਜੀ ਵਾਰੀ ਸੁਣਿਆ ਚਲੋ ਪਤਾ ਨਹੀਂ ਕੀ ਕਿਉਂ ਕਰ ਰਿਹਾ। ਜੱਜ ਫੇਰ ਗੁੱਸਾ ਆਇਆ ਤਾਂ ਪੀ ਗਿਆ। ਤੀਜੀ ਵਾਰੀ ਫੇਰ ਸੰਤ ਨੇ ਆਖਿਆ, ਮੈਂ ਤੁਹਾਨੂੰ 2 ਵਾਰੀ ਪਹਿਲਾਂ ਕਹਿ ਚੁੱਕਿਆ ਆ ਇਹਨੂੰ ਗ੍ਰਿਫਤਾਰ ਕਰੋ ਜੱਜ ਨੂੰ, ਤੁਸੀਂ ਕਰਦੇ ਨਹੀਂ ਪਏ। ਜੱਜ ਨੂੰ ਵੀ ਗੁੱਸਾ ਜ਼ਿਆਦਾ ਆ ਗਿਆ। ਗੁੱਸਾ ਜਦੋਂ ਆ ਗਿਆ ਤਾਂ ਹੁਣ ਇੰਨੀ ਦੁਨੀਆ ਸਾਹਮਣੇ ਪੁਲਿਸ ਮੁਲਾਜ਼ਮ ਜੱਜ ਹੋ ਕੇ ਉਹਨੂੰ ਕਹਿਣਾ ਚਾਹੁੰਦਾ। ਜੱਜ ਨੇ ਕਿਹਾ, ਪੁਲਿਸ ਵਾਲਿਓ ਸੰਤ ਨੂੰ ਗ੍ਰਿਫਤਾਰ ਕਰੋ, ਅੰਦਰ ਲੈ ਜਾਓ, ਪਾ ਦਿਓ ਕੋਠੀ ਕਾਲੀ ਦੇ ਅੰਦਰ। ਉਹਨਾਂ ਨੇ ਦਵਾ ਦਵ ਸੰਤਾਂ ਨੂੰ ਕੜੀ ਮਾਰੀ ਔਰ ਲਿਜਾਣਾ। ਜਦੋਂ ਲਿਜਾਣ ਲੱਗ ਪਏ ਤਾਂ ਸੰਤ ਰੁਕੇ, ਕਹਿੰਦਾ ਰੁਕ ਜਾਓ ਮੈਂ ਤੁਹਾਡੇ ਨਾਲ ਚੱਲਦਾ। ਮੈਂ ਦੌੜਨ ਲੱਗਾ, ਮੈਂ ਇੱਕ ਗੱਲ ਕਰਨੀ ਹੈ ਜੱਜ। ਕਹਿੰਦਾ ਜੱਜ ਸਾਹਿਬ ਜੀ ਤੁਸੀਂ ਉਦੋਂ ਤੋਂ ਹੀ ਮੇਰੇ ਕੋਲ ਆਏ ਸੀ ਨਾਮ ਸ਼ਬਦ ਲੈਣ ਵਾਸਤੇ, ਮੈਨੂੰ ਪੁੱਛਣ ਵਾਸਤੇ ਰੱਬ ਦੀ ਰਾਹ ਤੇ ਮੈਂ ਤੁਹਾਨੂੰ ਕਿਹਾ ਸੀ ਰਾਮ ਰਾਮ ਕਰਿਆ ਕਰੋ, ਤੇ ਤੁਸੀਂ ਮੇਰੀ ਗੱਲ ਮੰਨ ਕੇ ਨਹੀਂ ਮੰਨੀ ਤੇ ਦੀ ਦੌੜ ਹੈ ਵਾਪਸ ਆ ਗਏ। ਮੈਂ ਇਸ ਗੱਲ ਦਾ ਤੁਹਾਨੂੰ ਅਹਿਸਾਸ ਕਰਾਉਣਾ ਚਾਹੁੰਦਾ, ਉਹ ਇਹ ਕਿ ਮੈਂ 3 ਵਾਰੀ ਪੁਲਿਸ ਵਾਲਿਆਂ ਨੂੰ ਕਿਹਾ ਹੈ ਭਾਈ ਜੱਜ ਨੂੰ ਗ੍ਰਿਫਤਾਰ ਕਰ ਲਓ। ਪੁਲਿਸ ਵੀ ਉਹੀ ਹੈ, ਇਹ ਵੀ ਉਹੀ ਹੈ, ਤੁਸੀਂ ਵੀ ਉਹੀ ਹੋ। 3 ਵਾਰੀ ਕਿਹਾ ਮੈਂ ਦਲੀਲਾਂ ਦੇ ਕੇ ਵੀ ਇਹਨੂੰ ਗ੍ਰਿਫਤਾਰ ਕਰ ਲਓ, ਇਹਨਾਂ ਨੇ ਨਹੀਂ ਕੀਤਾ। ਤੁਸੀਂ 1 ਵਾਰੀ ਕਿਹਾ ਹੈ, ਮੈਂ 3 ਵਾਰੀ ਕਿਹਾ, ਤੁਸੀਂ 1 ਵਾਰੀ ਇਸ਼ਾਰਾ ਹੀ ਕੀਤਾ ਨਾ, ਦਵਾ ਮੈਨੂੰ ਕੜੀ ਲਾ ਲਈ ਹੈ। ਮੈਂ ਵੀ ਬੰਦਾ ਆ, ਤੁਸੀਂ ਵੀ ਬੰਦੇ ਹੋ, ਇਨਸਾਨ ਹੋ ਤੁਸੀਂ ਵੀ, ਮੈਂ ਵੀ ਇਨਸਾਨ ਹਾਂ। ਇਹੀ ਕਿਹੜੀ ਗੱਲ ਹੈ ਕਿ ਮੈਂ 3 ਵਾਰੀ ਕਿਹਾ ਹੈ ਤੇ ਤੁਹਾਨੂੰ ਹੱਥ ਨਹੀਂ ਪਾਇਆ ਹੈ ਨਾ, ਤੁਸੀਂ 1 ਵਾਰੀ ਕਿਹਾ ਤੇ ਮੈਨੂੰ ਝਟਕੜੀਆਂ ਲੱਗ ਗਈਆਂ। ਕਿਉਂਕਿ ਤੁਹਾਡੇ ਕੋਲ ਪਾਵਰ ਹੈ, ਤੁਹਾਡੇ ਕੋਲ ਜੱਜ ਦੀ ਪਾਵਰ ਹੈ, ਕੁਰਸੀ ਦੀ ਪਾਵਰ ਹੈ। ਇਹ ਤਾਂ ਤੁਹਾਡਾ 1 ਵਾਰੀ ਕਹਿਣ ਕਰਕੇ ਹੀ, ਮੇਰੇ ਕੋਲ ਥੋੜੀ ਜੱਜ ਦੀ ਪਾਵਰ ਹੈ। ਮੇਰੇ ਕੋਲ ਜੱਜ ਦੀ ਪਾਵਰ ਨਹੀਂ ਹੈ। ਮੈਂ 3 ਵੀ ਕਹਿੰਦਾ, 4 ਵਾਰੀ ਕਹਿੰਦਾ ਤਾਂ ਵੀ ਨਹੀਂ ਸੀ ਮੈਨੂੰ ਵਾਕਿਆ ਲੱਗਣਾ ਕਿਸੇ ਨੇ। ਲੇਕਿਨ ਤੁਹਾਡੇ ਕੋਲ ਪਾਵਰ ਸੀ ਜੱਜ ਦੀ ਹੀ, ਤੇ ਤੁਹਾਨੂੰ 1 ਵਾਰੀ ਕਹਿਣ ਤੇ ਮੈਨੂੰ ਹੱਥਕੜੀਆਂ ਲੱਗ ਗਈਆਂ। ਤੇ ਜੱਜ ਸਾਹਿਬ ਜਦੋਂ ਤੁਸੀਂ ਆਏ ਇਹ ਰਾਮ ਰਾਮ ਭਾਵੇਂ ਤੁਸੀਂ ਆਪਣੇ ਭਾਣੇ ਕਹਿੰਦੇ, ਤੁਸੀਂ ਕਹਿੰਦੇ ਸੀ ਆਪਣੇ ਭਾਣੇ ਰਾਮ ਰਾਮ, ਪਰ ਜੇ ਤੁਸੀਂ ਕਿਤੇ ਮੇਰੇ ਕਹਿਣ ਤੇ ਕਹਿੰਦੇ ਤੇ ਸ਼ਾਇਦ ਤੁਹਾਡੀ ਅੱਜ ਤੱਕ ਗੱਲ ਪਟਣੀ। ਆਪਣੇ ਭਾਣੇ ਰਾਮ ਰਾਮ 20 ਵਾਰੀ ਕਰਦੇ ਰਹੋ, ਤੁਸੀਂ 20 ਵਾਰੀ ਮੱਥੇ ਟੇਕਦੇ ਰਹੋ ਮੰਦਰਾਂ ਵਿੱਚ, ਗੁਰਦੁਆਰਿਆਂ ਦੇ ਵਿੱਚ, ਜਦ ਤੱਕ ਗੁਰੂ ਦੇ ਕਹਿੰਦੇ ਨਹੀਂ ਕਹੋਗੇ ਤੁਹਾਡੀ ਕਿਸੇ ਨੇ ਨਹੀਂ ਸੁਣੀ। ਗੁਰ ਕਰਤਾ ਗੁਰ ਕਰਨੇ ਯੋਗ, ਗੁਰ ਪਰਮੇਸ਼ਰ ਹੈ ਵੀ ਹੋ, ਕਹੋ ਪ੍ਰਵੇ ਨਾਨਕ ਇਹ ਜਰਾਈ ਬਿਨ ਗੁਰ ਜਲਦੀ ਨਾ। ਇਹ ਗੁਰੂ ਦੀ ਸਾਰੀ ਕਰਾਮਾਤ ਹੈ। गुरु ही सतगुरु है, सतगुरु ही गुरु है, गुरु ही परमेश्वर है, परमेश्वर ही गुरु है। सिर्फ सिद्ध करने पैदा नाम की कमाई, नाम की कमाई करांगे तो सानू पता लगेगा गुरु की चीज़ है। उस तरह तो साढ़े लेखा ही है, इंसान के तौर पर साढ़े लेखा ही है, पर जो वो लागे आके नाम की कमाई करते हैं तो परमात्मा नाम की कमाई को सारी करनी स्वीकार करता है। इस करके प्यारे गुरमुखो संत आखन लगे कि तू साडे कहन ते करदा ना राम राम, अपने अपने भाने तो राम राम कहता ही, पर गल तो नहीं ना बनी अज तक। जे कि साडे कहन ते करदा तो अज नूं तेरी गल बन जानी सी। इस करके महाराज सच्चे पातशाह जी उस धर्म कमान दे लई सानूं किसी धर्मी बंदे की लोड़ है, वो धर्मी गुरु दे रूप में मिल सकदा, सानूं सतगुरु दे रूप। हाँ बंदे की गुरु की लोड़ है। आंधे हो के काम नहीं पढ़ना, घोड़ा आना होएगा ते ऊपर सुजाता बैठेगा,
ਮੰਜ਼ਿਲ ਤੇ ਤਾਂ ਵੀ ਨਹੀਂ ਪਹੁੰਚਣਾ। ਤੇ ਜੇ ਘੋੜਾ ਨਾ ਹੋਏਗਾ ਤੇ ਉੱਪਰ ਸਜਾਖਾ ਬੈਠੇਗਾ ਤਾਂ ਵੀ ਨਹੀਂ ਗੱਲ ਬਣਨੀ। ਜੇ ਘੋੜਾ ਸਜਾਖਾ ਹੋਏਗਾ ਤੇ ਉੱਪਰ ਅੰਨਾ ਬੈਠੇਗਾ ਤਾਂ ਵੀ ਗੱਲ ਨਹੀਂ ਬਣਨੀ। ਦੋਨੇ ਸਜਾਕੇ ਚਾਹੀਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਰਮ ਕਮਾਉਣਾ ਹੈ ਤਾਂ ਕਿਸੇ ਸੋਝੀ ਵਾਲੇ ਬੰਦੇ ਕੋਲ ਜਾਣਾ। श्रेष्ठ पुरुष का संग कर शुभ गुण मन में था। श्रेष्ठ जो संगत है यदि संगत करनी है, यदि संगत करना तेरे अंदर शुभ गुणों की प्राप्ति होगी, वासा होएगा जो दिन धर्म के कर्म करते मजबूर कर देगा। हाँ जी। बिना सुजाखे नजर ना पहुँच कदे कर जाए, बिना सुजाखे नजर ना पहुँच कदे कर जाए। बिना सुजाखे, जो सुजाखा नहीं आना है तो अपने घर जाने की उम्मीद वाले के मैं घर पहुंचागा तो नहीं, ऐसा नहीं होता। वो अपने घर नहीं पहुंच सकता। इस करके सानू सुजाखे ही उस मानव की उस रूह की लोड़ है जो सानू घर पहुँचा दे, घर में घर दिखा दे आराम, जो सारे घर में घर में दिखला दे। भाव कि शरीर रूपी घर में साडा घर नहीं चाहे हो वो सानू दिखा दे। जिन देखा होएगा वही दिखाएगा ना, दूजा अन्ना कोई तरह दिखा सकता है, दिखाएगा वही जिन देखा होएगा, सजाखा होएगा जरा। हाँ जी। जे कर नजर न आवही उल्लड़ जन्म गवाए, जे कर नजर न आवही उल्लड़ जन्म गवाए। जे सानू नजर नहीं आया, वो नजर क्यों नहीं आया? साड़ियां भुना करके वो नजर नहीं आई, जिस करके साडा जन्म जरा व्यर्थ चला जाएगा। सब तो पहला अपनी कीतियां हुई भुलों को छुटकारा पावे, सतगुरु के चरणों में अपने आप को अर्पित करो, अपने आप का अर्पण कर दो, भुलों समेत अर्पण करो। भुलों समेत प्यारे गुरमुख को कोई अगर सन बख्शा दो केवल परमात्मा, निर्दोष जिहड़ा है, निर्दोष केवल परमात्मा। उत्थे अपने आप का अर्पण कर दो, परमात्मा तुहानूं स्वीकार कर लेगा, तुहाडीआं भुलों नूं बख्श देगा। जो तुहाडी भुलां बख्श जाणगीआं तो फिर तुसीं भुलां नहीं करोगे, फिर तुसीं परमात्मा के कर्म गवाओगे, तुसीं संगत की सेवा करोगे, तुसीं संगत दे विच अपनी पहचान बनाओगे, सेवा करोगे। भजन सेवा की गल्लां करो, ना कि तुसीं बैठ के तीसरे चौथे दूसरी गल्लां करो। तुसीं सच दे कर्म कमाओगे, झूठ दे कर्म नहीं कमाओगे, तुसीं परमात्मा को पास जा रहे हो। हाँ जी। संगत जा मिलो बड़ भागी वृथा जन्म न जाए, संगत जा मिलो बड़ भागी वृथा जन्म न जाए। अगर भटभागी हो, तुसीं अपने आप को प्रमाण करना चाहते हो तो संगत में जाकर के मिलो। और तुहानूं संगत किहदी लोड़ है? कई बार संगत की गल बदल होया कि संगत किहड़ी हैगी है। आप ये हवा चल रही है, हवा अगर फुलों के ऊपर हो गया कि खुशबू लैके आएगी, बर्फ तो हो गया है कि ठंड लैके आएगी, आग तो हो गया है तो गर्मी लैके आएगी, जो बिस्टा तो हो गया है तो मुश्किल लैके आएगी। हवा का कसूर नहीं है, कसूर है संगत का। जिस तरह की संगत मिलती जाएगी उस तरह का स्वभाव हो जाएगा। इस करके बड़ भागी कितने बन सकते हो? तुम सत संगत में आकर जुआरियों की संगत में जाके बड़ भागी भी बन सकते, शराबी की संगत में बड़ भागी नहीं बन सकते। तुम केवल भी केवल अगर भटभाग का तुम दर्जा मिलता है तो केवल भी केवल सात संगत में मिल सकता है। इस करके सत संगत की संगत करो और भटभागी हो अपने भाग बनाओ। हाँ जी। सात अंग परिवार नहीं कम पिता सजन न माए, सात अंग परिवार नहीं कम पिता सजन न माए। गुरु के
ਦੇਖ ਲਓ ਪਾਣੀ ਨੇ ਇਨਸਾਫ ਕਰ ਦਿੱਤਾ। ਸਾਧ ਕੇ ਅੰਗ ਸੱਜਣ ਪਿਤਾ ਮਾਈ ਕਿਸੇ ਨੇ ਸਾਡੇ ਕੰਮ ਨਹੀਂ ਆਉਣਾ, ਕਿਸੇ ਨੇ ਵੀ ਨਹੀਂ ਆਉਣਾ, ਸਾਡੀ ਜਗ੍ਹਾ ਕਿਸੇ ਨੇ ਕੋਈ ਨਹੀਂ ਪੜਨੀ। ਤੇਰੀ ਹੇਰਾ ਫੇਰੀ ਦਾ ਬੇਸ਼ੱਕ ਮਾਲ ਸਪੋਰਾ ਲਖਾ। ਅਸੀਂ ਬਾਹਰੋਂ ਪਰਿਵਾਰ ਵਿੱਚ ਚਾਹੇ 2 ਨੰਬਰ ਦੀ ਕਮਾਈ ਲੈ ਕੇ ਜਾਈਏ, ਚਾਹੇ 1 ਨੰਬਰ ਦੀ ਲੈ ਕੇ ਜਾਈਏ, ਹੇਰਾ ਫੇਰੀ ਦੀ ਲੈ ਕੇ ਜਾਈਏ, ਜੂਏ ਦੀ ਲੈ ਕੇ ਜਾਈਏ, ਚੋਰੀ ਦੀ ਲੈ ਕੇ ਜਾਈਏ, ਉਹ ਸਾਰਿਆਂ ਨੂੰ ਚੁੱਪ ਕਰਕੇ ਖਾ ਲੈਣੀ ਹੈ। ਕਿਸੇ ਨੇ ਨਹੀਂ ਤੁਹਾਨੂੰ ਪੁੱਛਣਾ ਤੂੰ ਕਿੱਥੋਂ ਕਿਤਰਾ ਕੀ ਕਰਕੇ ਲੈ ਆਇਆ, ਤੂੰ ਚੋਰੀ ਕਰਕੇ ਲੈ ਆਇਆ ਜਾਂ ਜੂਆ ਜਿੱਤ ਕੇ ਲੈ ਆਇਆ, ਜੋ ਕੀ ਕਰ ਗਿਆ ਹੈ, ਕਿਸੇ ਨੇ ਨਹੀਂ ਤੁਹਾਨੂੰ ਕਹਿਣਾ। ਉਹਨਾਂ ਨੂੰ ਖਾਣ ਨਾਲ ਮਤਲਬ ਹੈ, ਢਿੱਡ ਭਰਨਾ ਮਤਲਬ ਹੈ, ਉਹਨਾਂ ਨੇ ਚੁੱਪ ਕਰਕੇ ਭਰ ਲੈਣਾ ਹੈ। ਤੇਰੀ ਹੇਰਾ ਫੇਰੀ ਦਾ ਬੇਸ਼ੱਕ ਮਾਲ ਸਬੋਰਾ ਲਖਾਂਦੇ, ਪਰ ਇਸ ਪਾਪ ਦੇ ਬੰਡਲੇ ਨੂੰ ਸੱਜਣਾ ਨਾਲ ਤੇਰੇ ਨਹੀਂ ਜਾਂਦੇ। ਬੇਸ਼ੱਕ ਤੂੰ ਪਾਪ ਕਮਾਇਆ, ਤੂੰ ਪਾਪੀ ਬਣਿਆ ਹੈ, ਪਰ ਤੇਰਾ ਪਾਪ ਨਹੀਂ ਕਿਸੇ ਨੇ ਬਣਾਇਆ, ਫਿਰ ਤੂੰ ਇਕੱਲਾ ਹੀ। ਤੇਰੀ ਹੇਰਾ ਫੇਰੀ ਦਾ ਬੇਸ਼ੱਕ ਮਾਲ ਸਬੋਰਾ ਲਖਾਂਦੇ, ਇਸ ਪਾਪ ਦੇ ਬੰਡਲੇ ਨੂੰ ਸੱਜਣਾ ਨਾਲ ਤੇਰੇ ਨਹੀਂ ਜਾਂਦੇ, ਫਿਰ ਇਕੱਲਾ ਭੁਗਤੇਗਾ ਸਭੋ ਖਾ ਕੇ ਹੁਣ ਕਿਨਾਰੇ। ਕਰ ਨੇਕ ਕਮਾਈਆਂ ਨੂੰ ਮਨਾ ਚੱਲ ਆਉਣਾ ਗੁਰਦੁਆਰੇ। ਕਿੰਨਾ ਸੋਹਣਾ ਸ਼ਬਦ ਮਹਾਰਾਜ ਨੇ ਸਿੱਖਿਆ ਵਰਤਨ ਦਿੱਤਾ ਹੈ। ਤੇ ਜੇ ਅਸੀਂ ਕਰਮ ਕਮਾਵਾਂਗੇ ਤੇ ਅਸੀਂ ਪਾਪੀ ਬਣਾਂਗੇ, ਜੇ ਇਸ ਕਰਮ ਦਾ ਸਿੱਖਿਆ ਲੈ ਕਰਕੇ ਚੰਗੇ ਬਣ ਜਾਵਾਂਗੇ ਤਾਂ ਪਰਮਾਤਮਾ ਦੀ ਨਿਗਾਹ ਚ ਆ ਕਰਕੇ ਬਖਸ਼ੀ। ਹਾਂਜੀ, ਦਾਸ ਖਜ਼ਾਨਾ ਮੌਕਾ ਮਿਲਿਆ, ਐਵੇਂ ਨਾ ਟੈਮ ਗਵਾਏ। ਦਾਸ ਖਜ਼ਾਨਾ ਮੌਕਾ ਮਿਲਿਆ, ਐਵੇਂ ਨਾ ਟੈਮ ਗਵਾਏ। ਜਿਤਨੇ ਵੀ ਮਹਾਂਪੁਰਸ਼ਾਂ ਦੀਆਂ ਬਾਣੀਆਂ ਪੜ੍ਹਨੀਆਂ, ਜਿਤਨੇ ਵੀ ਮਹਾਂਪੁਰਸ਼ਾਂ ਦੇ ਸਤਸੰਗ ਤਾਂ ਇੱਕੋ ਹੀ ਮਿਲਦੀ ਹੈ ਵੀ ਹਰ ਇੱਕ ਨੇ ਉਹ ਆਖਿਆ ਕਿ ਇਹ ਮੌਕਾ ਹੀ ਹੋ, ਇਹ ਮੌਕਾ ਹੀ ਹੋ, ਇਹ ਮੌਕਾ ਮਿਲਿਆ ਹੀ ਉਹ ਭਰਾਵਾ, ਇਹ ਮੌਕੇ ਦੀ ਸੰਭਾਲ ਕਰ ਲੈ। ਅੱਜ ਤੈਨੂੰ ਸੰਗਤ ਕਹਿਣ ਡਈ ਹੈ, ਕਿਸੇ ਨੇ ਨਹੀਂ ਤੈਨੂੰ ਕਿਹਾ। ਇਸ ਗੱਲ ਦੀ ਸੋਚੀ ਤੈਨੂੰ ਕਿਸੇ ਨੇ ਨਹੀਂ ਕਰਾਣੀ, ਨਾ ਭੈਣ ਭਰਾ ਮਾਪੇ ਧੀਆਂ ਪੁੱਤਰਾਂ ਨੇ ਕਰਾਣੀ ਹੈ, ਕੇਵਲ ਕਰਾਣੀ ਹੈ ਤੇ ਇੱਕ ਸੰਗਤ ਨੇ ਕਰਾਣੀ ਹੈ। ਉਹ ਭਲਿਆ ਮੌਕਾ ਮਿਲਿਆ ਹੀ, ਸਾਂਭਲਾ ਯਾਰ ਆਪਣਾ ਆਪ ਕੇ ਲਾਇਆ ਕਰ, ਸੰਗਤ ਵਿੱਚ ਕਿਤੇ ਬੈਠਿਆ ਕਰ, ਕਿਤੇ ਸੇਵਾ ਕਰਿਆ ਕਰ, ਕਿਤੇ ਨਾਮ ਦੀ ਲਈ ਅੱਡੀ ਨਾਮ ਨਹੀਂ, ਨਾਮ ਦੀ ਕਮਾਈ ਲੈ ਕਮਾਈ ਕਰ। ਇਹ ਸੰਗਤ ਤੋਂ ਤੁਹਾਨੂੰ ਸਿੱਖਿਆ ਮਿਲਣੀ ਹੈ, ਬਾਹਰੋਂ ਤੇਰੇ ਨਹੀਂ ਮਿਲਦੀ। ਅਗਰ ਇਸ ਦੀ ਸਿੱਖਿਆ ਨੂੰ ਲੈ ਕਰਕੇ ਤੂੰ ਕੁਛ ਆਪਣਾ ਲਏਗਾ ਤਾਂ ਤੇਰਾ ਜੀਵਨ ਜਿਹੜਾ ਖੁਸ਼ੀਆਂ ਨਾਲ ਭਰ ਜਾਏਗਾ। ਖੁਸ਼ੀਆਂ ਕਿਹੜੀਆਂ? ਨਾਮ ਦੀਆਂ ਆਉਣਗੀਆਂ, ਸੇਵਾ ਦੀਆਂ ਆਉਣਗੀਆਂ। ਹੈ ਗੋਲ ਕੋਈ ਪਰਵਾਹ ਨਹੀਂ ਹੈ ਤਾਂ ਵੀ ਪਰਵਾਹ ਨਹੀਂ। ਸਬਰ ਸੰਤੋਖ ਦੀ ਖੁਸ਼ੀਆਂ ਤੇਰੇ ਵਿਹੜੇ ਆ ਕਰਕੇ ਨੱਚਣਗੀਆਂ ਟੱਪਣਗੀਆਂ। ਜਿੱਥੇ ਮੁਸ਼ਕਲਾਂ ਦਾ ਵਾਸਾ ਨਹੀਂ ਹੋਏਗਾ, ਸਿਰਫ ਸੁੱਖਾਂ ਦਾ ਵਾਸਾ ਹੋਏਗਾ। ਇਹਨਾਂ ਕੁਝ ਕਹਿੰਦੇ ਆਇਆ ਬੋਲ ਗੁਰੂ ਮਹਾਰਾਜ ਕੀ ਜੈ।